ਗੁਰਾਂ ਨੇ ਕਿਹਾ दोहरा सिद्ध उपकारे खालसा गुर की बानी पाठ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਖਾਲਸਾ ਕਹਿੰਦਾ ਸੀ ਜੰਗਲਾਂ ਵਿੱਚ ਅਸੀਂ ਇਕੱਲੇ ਜਾ ਕੇ ਜਿੱਤ ਲਵਾਂਗੇ, ਜੇ ਅਸੀਂ ਇਕੱਲੇ ਚਲੇ ਜਾਈਏ ਤਾਂ ਵੀ ਇਹਨਾਂ ਨੂੰ ਜਿੱਤ ਸਕਦੇ ਹਾਂ। आप सिंह आपे विपन बिरद बिहारी राठ। ਔਰ ਇਸ ਤਰ੍ਹਾਂ ਹੁਣ ਕਿਉਂ ਬਿਹਾਰੀ ਨੂੰ ਭਾਵ ਸਾਨੂੰ ਬਿਰਧ ਰੱਖਣ ਦਾ ਵਾਸਤਾ ਪਾ ਰਹੇ ਹੋ ਵੀ ਤੁਹਾਡਾ ਸੁਭਾਅ ਹੈ ਜੋ ਸ਼ਾਨੇ ਆਵੇ ਤਿਸ ਕੰਠ ਲਗਾਵੇ। ਸਿੱਖਾਂ ਨੇ ਕਿਹਾ ਸੀ ਅਸੀਂ ਤਾਂ ਬਾਣੀ ਪੜ੍ਹਦੇ ਹਾਂ, ਅਸੀਂ ਇਕੱਲੇ ਹੀ ਜਾ ਕੇ ਉਹਨਾਂ ਨੂੰ ਘੇਰ ਸਕਦੇ ਹਾਂ, ਹਰਾ ਸਕਦੇ ਹਾਂ। ਪਰ ਇੱਥੇ ਕਦੇ ਵੀ ਸਿੰਘ ਨੂੰ ਕਿੰਨਾ ਵੀ ਤਕੜਾ ਹੋ ਜਾਵੇ ਇਹ ਹੰਕਾਰ ਵਾਲਾ ਬਚਨ ਨਹੀਂ ਕਰਨਾ ਚਾਹੀਦਾ ਕਿ ਗੁਰੂ ਜੀ ਨਾਲ ਹੋਣ ਜਾਂ ਨਾ ਹੋਣ ਅਸੀਂ ਜਿੱਤ ਸਕਦੇ ਹਾਂ। ਪਾਤਸ਼ਾਹ ਜੀ ਨੇ ਬਚਨ ਸੁਣਿਆ ਹੀ ਹੋਣਾ, ਇਸ ਕਰਕੇ ਉਸ ਵੇਲੇ ਪਾਤਸ਼ਾਹ ਜੀ ਕਹਿੰਦੇ ਸਿੰਘਾਂ ਨੂੰ ਪਰਖਿਆ ਗਿਆ। ਹੁਣ ਤੇਰੇ ਗੁਰੂ ਕਰ ਧਨਕ ਸੰਵਾਰੇ ਸਰ ਨਿਖੰਡ ਤੇ ਪੰਜ ਨਿਕਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਆ ਗਏ ਵਾਪਸ, ਫੌਜ ਦੇ ਵਿੱਚ ਖੜ ਗਏ। 5 ਤੀਰ ਸਤਿਗੁਰਾਂ ਨੇ ਕੱਢੇ ਆਪਣੇ ਭੱਥੇ ਦੇ ਵਿੱਚੋਂ। ਕਾਨ ਕਾਨ ਲਗ ਤੁਰਤ ਚਲਾਏ ਸ਼ੂਕਤ ਚਾਲੇ ਨਾਦ ਉਠਾਏ। ਔਰ 5 ਦੇ 5 ਤੀਰ ਇਕੱਠੇ ਹੀ ਕਮਾਨ ਤੇ ਚੜਾ ਲਏ ਤੇ ਉਹਨਾਂ ਨੂੰ ਹੱਥ ਨਾਲ ਖਿੱਚ ਕੇ ਛੱਡਿਆ। ਸ਼ੂਕਦੇ ਹੋਏ ਜਦ ਗਏ 14 ਤੇ ਚੱਲ ਦਲ ਉਮੜਾਇਓ ਸਰਬ ਖਾਲਸੇ ਕੋ ਦਿਖਰਾਇਓ। ਔਰ ਪਾਤਸ਼ਾਹ ਜੀ ਨੇ ਉਹ 5 ਤੀਰ ਛੱਡੇ ਤੇ ਸਿੰਘਾਂ ਨੇ ਕੀ ਵਿਖਿਆ ਕਿ 4 ਛਪੇਰਿਓਂ ਇਹ ਨਵੇਂ ਸਿੰਘ ਕਿੱਥੋਂ ਆ ਗਏ। ਭਾਵ ਸਤਿਗੁਰਾਂ ਦੇ ਤੀਰ ਛੱਡਦੇ ਆ ਸ਼ਹੀਦੀ ਫੌਜਾਂ ਆ ਗਈਆਂ ਔਰ ਸਿੰਘਾਂ ਨੂੰ ਉਹ ਦਿਖਾਈ ਦੇਣ ਲੱਗੀਆਂ ਕਿ ਸਾਡੇ ਨਾਲ ਇਤਨੀ ਫੌਜ ਹੈ। ਸਤਿਗੁਰਾਂ ਨੇ ਉਹ ਤੀਰ ਛੱਡ ਕੇ ਹੀ ਪ੍ਰਗਟ ਕਰ ਲਈ ਹੈ। ਤੁਮਲ ਜੁਦ ਤਬ ਹੋਵਨ ਲਾਗਾ ਮਨੋ ਰੁਦਰ ਰਸ ਸੋਵਤ ਜਾਗਾ। ਤੁਮਲ ਜੁਦ ਫਿਰ ਬੜਾ ਤੇਜ਼ ਯੁੱਧ ਹੋਣ ਲੱਗਿਆ ਹੈ ਔਰ ਖਾਲਸੇ ਵਿੱਚ ਵੀ ਵੀਰ ਰਸ ਜਾਗ ਪਿਆ ਕਿਉਂਕਿ ਹੱਲਾਸ਼ੇਰੀ ਹੋ ਗਈ। ਗੁਰੂ ਸਾਹਿਬ ਵੀ ਆ ਗਏ ਤੇ ਸਤਿਗੁਰਾਂ ਨੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਲਈ ਸ਼ਹੀਦੀ ਫੌਜਾਂ ਵੀ ਦਿਖਾ ਦਿੱਤੀਆਂ ਲੜਦੀਆਂ। ਜਿਹੜੇ ਭੀੜ ਭੜ ਮੁੜ ਮੁੜ ਲੜੇ ਜੀ ਭਾਜਤ ਤਰ ਧੀਰਜ ਖੜੇ। ਇਸ ਤਰ੍ਹਾਂ ਗੁਰੂ ਕੇ ਸਿੰਘ ਹੁਣ ਲੜਨ ਲੱਗੇ ਔਰ ਮੁੜ ਮੁੜ ਕੇ ਲੜਦੇ ਐ ਔਰ ਪਹਾੜੀਆਂ ਨੂੰ ਵੱਢਣ ਲੱਗੇ। ਹਾਥੀ ਸ਼ਲਕ ਗੁਲਕਨ ਕੀ ਐਸੇ ਹਟਿਓ ਜਲ ਮੁਚ ਬਰਖਾ ਜੈਸੇ। ਔਰ ਇਸ ਤਰ੍ਹਾਂ ਗੋਲੀਆਂ ਬੰਦੂਕਾਂ ਦੇ ਵਿੱਚੋਂ ਇਉਂ ਚੱਲਣ ਲੱਗੀਆਂ ਜਿਵੇਂ ਗੁਰੂ ਪਿਆਰਿਓ ਬਰਖਾ ਤੋਂ ਬਾਅਦ ਗੜੇ ਪੈਂਦੇ ਹਨ। ਦੋ ਪਰੇ ਦੋਹੇ ਦਿਸ਼ ਕੀ ਜੋਦਾ ਤਨ ਤਨ ਪੀਸ ਧਾਰ ਬਹੁ ਕ੍ਰੋਧਾ। ਔਰ ਗੁਰੂ ਪਿਆਰਿਓ ਲੋਹੇ ਤੇ ਲੋਹਾ ਖੜਕਣ ਲੱਗਿਆ, ਦੋਨੇ ਪਾਸਿਆਂ ਦੇ ਯੋਧੇ ਇੱਕ ਦੂਜੇ ਤੇ ਟੁੱਟ ਟੁੱਟ ਕੇ ਪੈ ਰਹੇ ਹਨ। ਔਰ ਫੂਟੇ ਟੂਟੇ ਪਟ ਅੰਗਾ ਸ਼੍ਰੋਣਤ ਸੰਗ ਭਰੇ ਸਰਬੱਗਾ। ਔਰ ਇਸ ਤਰ੍ਹਾਂ ਕਿਸੇ ਦਾ ਸਿਰ ਟੁੱਟ ਗਿਆ, ਕਿਸੇ ਦੀ ਬਾਂਹ ਵੱਢੀ ਗਈ, ਕਿਸੇ ਦੀ ਲੱਤ ਵੱਢੀ ਗਈ ਔਰ ਖੂਨ ਨਾਲ ਧਰਤੀ ਲੱਥ ਪੱਥ ਹੋਣ ਲੱਗੀ। ਮਾਨੋ ਖੇਲ ਪਾਗ ਕੋ ਆਏ ਕਹਿ ਪਲਾਸ ਫੂਲੇ ਸਮਦਾਏ। ਐਂ ਲੱਗਦਾ ਜਿਵੇਂ ਹੋਲੀ ਖੇਡ ਕੇ ਆਏ ਹੋਣ ਫੱਗਣ ਦੀ, ਲਾਲੋ ਲਾਲ ਹੋ ਗਏ ਸਾਰੇ। ਔਰ ਜਾਂ ਪਲਾਸ ਦਾ ਇੱਕ ਦਰਖਤ ਹੈ ਉਹਨੂੰ ਲਾਲ ਰੰਗ ਦੇ ਫੁੱਲ ਲੱਗਦੇ ਹਨ ਜਿਵੇਂ ਪਲਾਸ ਦੇ ਪੌਦੇ ਹੋਣ। ਬੂਟਾ ਇੱਕ ਕਰੋਦੇ ਕੀਰਾ ਤਿਸ ਤਰ ਤੇਰੇ ਗੁਰੂ ਰਣ ਹੀਰਾ। ਉੱਥੇ ਇੱਕ ਕਰੌਂਦੇ ਦਾ ਦਰਖਤ ਸੀਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਕੋਲ ਖੜ ਕੇ ਜੰਗ ਨੂੰ ਦੇਖਣ ਲੱਗੇ ਜੀ। ਦੋਹੇ ਦੇਸ਼ ਕੋ ਤਬ ਵਿਖੇ ਤਮਾਸ਼ਾ ਲੜੇ ਸੂਰ ਮੇ ਹੋਤ ਬਿਨਾਸ਼ਾ। ਔਰ ਦੋਨੇ ਪਾਸਿਆਂ ਦੇ ਯੋਧੇ ਲੜ ਰਹੇ ਐ, ਭਿੜ ਰਹੇ ਐ ਔਰ ਗੁਰੂ ਤਮਾਸ਼ਾ ਦੇਖ ਰਹੇ ਹਨ। ਸਤਿਗੁਰ ਕੋ ਬਲ ਪਾਏ ਬਡੀਰਾ ਲੜਤ ਖਾਲਸਾ ਬਦਿਓ ਅਗੀਰਾ। ਇਉਂ ਸਤਿਗੁਰ ਜੀ ਦੀ ਹੱਲਾਸ਼ੇਰੀ ਦੇ ਨਾਲ, ਕਿਰਪਾ ਦ੍ਰਿਸ਼ਟੀ ਦੇ ਨਾਲ, ਬਖਸ਼ਿਸ਼ ਦੇ ਨਾਲ ਹੁਣ ਖਾਲਸਾ ਅੱਗੇ ਹੋ ਕੇ ਅੱਗੇ ਵੱਧ ਕੇ ਲੜਨ ਲੱਗਿਆ। ਆਰਿਓ ਜੋ ਸਨਮੁਖ ਖੜਗ ਪ੍ਰਹਾਰੇ ਰੁੰਡ ਮੁੰਡ ਕਰ ਭੂਮ ਪਰ ਡਾਰੇ। ਔਰ ਜੋ ਅੜਿਆ ਸੋ ਝੜਿਆ। ਖਾਲਸੇ ਨੇ ਤੇ ਸਿਰ ਵੱਢ ਕਰਕੇ ਰੁੰਡ ਮੁੰਡ ਕਰਕੇ ਧਰਤੀ ਤੇ ਸਿੱਟ ਦਿੱਤੇ ਜੀ। ਬੜੀ ਆਕਾਸ਼ੀ ਫੌਜਾਏ ਜਿਤ ਕਿਤੇ ਦੇਖ ਰਹੇ ਬਿਸਮਾਏ। ਔਰ ਆਕਾਸ਼ੀ ਫੌਜਾਂ ਜਿਹੜੀਆਂ ਪਾਤਸ਼ਾਹ ਜੀ ਨੇ ਦਿਖਾਈਆਂ ਸ਼ਹੀਦੀ ਫੌਜਾਂ ਉਹ ਵੀ ਖਾਲਸੇ ਨੂੰ 4 ਛਪੇਰਿਓਂ ਆਉਂਦੀਆਂ ਦਿਖਾਈ ਦਿੱਤੀਆਂ। ਪਰਹਾ ਬੰਦ ਜਨ ਘਨ ਕਟਿਆਈ ਗਨ ਗੁਲ ਕਾ ਬਰਖਾ ਬਰਖਾਈ। ਉਹਨਾਂ ਸ਼ਹੀਦੀ ਫੌਜਾਂ ਨੇ ਵੀ ਜੰਗ ਕੀਤੇ ਆ ਔਰ ਗੁਰੂ ਪਿਆਰਿਓ ਮਾਨੋ ਜਿਵੇਂ
ਬਦਲੀਆਂ ਇਕੱਠੀਆਂ ਹੋ ਕੇ ਆ ਜਾਂਦੀਆਂ, ਕਾਲੀ ਘਾਟਾ ਚੜ੍ਹ ਕੇ ਆ ਜਾਂਦੀ ਹੈ। ਐਦਾਂ ਸਿੰਘਾਂ ਨੂੰ ਆਕਾਸ਼ੀ ਫੌਜਾਂ, ਸ਼ਹੀਦੀ ਫੌਜਾਂ ਆਉਂਦੀਆਂ ਦਿਖਾਈ ਦਿੱਤੀਆਂ। ਤੁਕ ਕਨ ਕੜਕ ਗਾਜ ਜਨ ਪਰੈ, ਛਟਾ ਪਲੀਤੇ ਤੁਕ ਤੁਕ ਟਰੈ। ਔਰ ਬੰਦੂਕਾਂ ਦਾ ਖੜਕਾ ਜਿਵੇਂ ਬਿਜਲੀ ਡਿੱਗਦੀ ਹੈ ਔਰ ਫਿਰ ਪਲੀਤੇ ਮੱਚਦੇ ਹੈ, ਜਿਸ ਤਰ੍ਹਾਂ ਬਿਜਲੀ ਦੀ ਲਾਈਟ ਹੁੰਦੀ ਹੈ। ਤੁਧ ਬਟੋਲਣ ਸ਼ਬਦ ਮਹਾਨਾ, ਜਨ ਬਰਕਤ ਕਨ ਧੁਨ ਕਰ ਜਾਨਾ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਨਗਾਰੇ ਤੇ ਵੀ ਚੋਟਾਂ ਲੱਗ ਰਹੀਆਂ। ਇਧਰੋਂ ਗੁਰੂ ਕਾ ਨਗਾਰਾ ਹੈ ਜੋ, ਦੂਜੇ ਪਾਸੇ ਪਹਾੜੀਏ ਆਪਣੇ ਢੋਲ ਵਜਾ ਰਹੇ ਹਨ। ਕ੍ਰਿਕ ਪਾਕੀ ਸਮ ਪਰਮ ਪਹਾਰੀ, ਤੋਰ ਫੋਰ ਚੂਰਨ ਕਰ ਡਾਰੀ। ਗੁਰੂ ਪਿਆਰਿਓ ਪਹਾੜੀਏ ਮਾਨੋ ਜਿਵੇਂ ਕਣਕ ਜਮਾਂ ਪੱਕੀ ਖੜੀ ਹੋਵੇ ਤੇ ਗੜੇ ਪੈ ਜਾਣ, ਇੱਦਾਂ ਪਹਾੜੀਆਂ ਦੀਆਂ ਫੌਜਾਂ ਪੱਕੀ ਹੋਈ ਫਸਲ ਵਾਂਗੂ ਲੰਬੀਆਂ ਪਾ ਦਿੱਤੀਆਂ ਵੱਢ ਵੱਢ ਕੇ। ਹੀਲਾ ਕਾਲ ਖਾਲਸਾ ਡਰਿਓ, ਭਾਗਿਓ ਪ੍ਰਥਮ ਲਾਜ ਕਰ ਮੁਰਿਓ। ਔਰ ਹੁਣ ਜਿਹੜਾ ਖਾਲਸਾ ਪਿੱਛੇ ਹਟਿਆ ਸੀਗਾ, ਗੁਰੂ ਸਾਹਿਬ ਦੇ ਆਉਣ ਤੋਂ ਬਾਅਦ ਇਹ ਵੀ ਅੱਗੇ ਹੋ ਕੇ ਲੜਨ ਲੱਗੇ। ਬਲੀਆ ਚੰਦਿਆਨ ਪਗ ਰੂਪਿਓ, ਪਿਕ ਸਿਪਾ ਭਾਜੀ ਉਰ ਕੋਪਿਓ। ਬਲੀ ਚੰਦ ਯੋਧਾ ਸਤਿਗੁਰਾਂ ਦਾ। ਔਰ ਗੁਰੂ ਪਿਆਰਿਓ ਇਸ ਨੇ ਅੱਗੋਂ ਹੋ ਕੇ ਫੌਜਾਂ ਨੂੰ ਰੋਕਣਾ ਕੀਤਾ ਹੈ। ਇਤ ਤੇ ਉਹਦੇ ਸੰਗ ਧਰ ਤੀਰ, ਪਹੁੰਚੋ ਲੈ ਸਿੰਘਨ ਕੀ ਪੀਰ। ਇਹ ਬਲੀਆ ਤੇ ਗੁਰੂ ਪਿਆਰਿਓ ਪਹਾੜੀਆਂ ਦਾ ਹੈ, ਇਹ ਅੱਗੋਂ ਆ ਕੇ ਫੌਜਾਂ ਨੂੰ ਰੋਕਦਾ ਹੈ। ਇਧਰੋਂ ਭਾਈ ਉਹਦੇ ਸੰਗ ਨੇ ਜਿਹੜਾ ਹੈ ਹਮਲਾ ਕਰ ਦਿੱਤਾ ਹੈ। ਆਲਮ ਚੰਦ ਖੜਗ ਕਰੰਗਾ, ਪਿਓ ਸਮੁਖ ਚਾਤਰਨ ਜੰਗਾ। ਭਾਈ ਆਲਮ ਚੰਦ ਵੀ ਤਲਵਾਰ ਕੱਢ ਕੇ ਲੜਨ ਲੱਗਿਆ ਹੈ। ਆਲਮ ਸਿੰਘ ਕੋ ਪਿਓ ਇਸ ਦੇਖ, ਦੋਨੋਂ ਕੀ ਮਨ ਕੋ ਬਵਸ਼ੀਕ। ਔਰ ਇਧਰੋਂ ਆਲਮ ਸੰਗ ਦੇ ਵਿੱਚ ਵੀ ਆਲਮ ਸਿੰਘ ਦੇ ਵਿੱਚ ਵੀ ਬੜਾ ਗੁੱਸਾ ਹੈ ਗੁਰੂ ਪਿਆਰਿਓ। ਔਰ ਦੂਜੇ ਪਾਸਿਓਂ ਦੋਨੋਂ ਗਏ ਸਿਪਰ ਸ਼ਮਸ਼ੀਰ, ਘਾਤ ਕਰਨ ਝੂਟੇ ਸ਼ਮਸ਼ੀਰ। ਔਰ ਦੂਜੇ ਪਾਸੇ ਗੁਰੂ ਪਿਆਰਿਓ ਬਲੀ ਚੰਦ ਤੇ ਆਲਮ ਸਿੰਘ, ਇਹਨਾਂ ਦੋਹਾਂ ਦਾ ਜਿਹੜਾ ਹੈ ਜੰਗ ਹੋ ਗਿਆ ਗੁਰੂ ਪਿਆਰਿਓ। ਸ਼ੇਰਾਂ ਦੀ ਨਿਆਈ ਇੱਕ ਦੂਜੇ ਨਾਲ ਭਿੜਨ ਲੱਗੇ। ਬਾਬਦਾ ਨੇ ਫਿਰ ਮਿਲ ਗਏ, ਖੜਗ ਪ੍ਰਹਾਰਤ ਪਏ। ਕਦੇ ਖੱਬਿਓਂ ਕਦੇ ਸੱਜਿਓਂ ਗੁਰੂ ਪਿਆਰਿਓ ਹਮਲਾ ਕਰਨ ਦਾ ਦਾ ਬਣਾਉਂਦੇ ਆ। ਕਿਰਪਤ ਸਮੁਖ ਸਿਪਰ ਕਰ ਦਈ, ਰੋਕਿਓ ਬਾਰ ਹੋਤੇ ਬਲਮਈ। ਔਰ ਪਹਾੜੀਏ ਜਿਹੜੇ ਹਨ ਇਹ ਹਮਲਾ ਕਰਦੇ ਹੈ ਤੇ ਗੁਰੂ ਕੀਆਂ ਫੌਜਾਂ ਭਾਈ ਆਲਮ ਸਿੰਘ ਵਰਗੇ ਇਹਨਾਂ ਨੂੰ ਰੋਕਦੇ ਹਨ, ਆਪਣੀ ਤਲਵਾਰ ਕਰਕੇ ਢਾਲ ਕਰਕੇ। ਤੈ ਪਾਛੇ ਨਿਜ ਵਾਰ ਪ੍ਰਹਾਰਾ, ਖੜਗ ਸਮੇਤ ਹੱਥ ਕੱਟ ਡਾਰਾ। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਹਮਲਾ ਕੀਤਾ ਭਾਈ ਆਲਮ ਸਿੰਘ ਨੇ ਤੇ ਬਲੀ ਚੰਦ ਦਾ ਇੱਕ ਹੱਥ ਵੱਢਿਆ ਗਿਆ। ਜਿਸ ਕੇ ਭੱਟ ਪਹੁੰਚੇ ਲਿਆਗਾ, ਆਲਮ ਚੰਦ ਤਿਆਗ ਰਨ ਭਾਗਾ। ਔਰ ਜਦੋਂ ਇਹਨਾਂ ਦੀਆਂ ਪਹਾੜੀ ਫੌਜਾਂ ਨੇ ਵੇਖਿਆ ਵੀ ਸਾਡੇ ਜਰਨੈਲ ਦਾ ਹੱਥ ਵੱਢਿਆ ਗਿਆ, ਤਲਵਾਰ ਵਾਲਾ ਸੱਜਾ, ਤੇ ਉਹਦੀਆਂ ਫੌਜਾਂ ਅੱਗੇ ਆ ਗਈਆਂ। ਆਲਮ ਸਿੰਘ ਪਿੱਛੇ ਹਟ ਕੇ ਫੌਜਾਂ ਵਿੱਚ ਰਲ ਗਿਆ। ਇਸ ਆਲਮ ਸਿੰਘ ਲਈ ਕਰ ਫਤਿਹ, ਵਾਹਿਗੁਰੂ ਜੀ ਕੀ ਕਹਿ ਫਤਿਹ। ਇਉਂ ਆਲਮ ਸਿੰਘ ਉਹਨਾਂ ਦੇ ਜਰਨੈਲ ਨੂੰ ਫੱਟੜ ਕਰਕੇ ਇੱਕ ਸੱਜਾ ਹੱਥ ਤਲਵਾਰ ਵਾਲਾ ਵੱਢ ਕੇ ਫਤਿਹ ਗਜਾਉਂਦਾ ਪਿੱਛੇ ਆ ਗਿਆ ਹੈ। ਦਿਸ਼ਾ ਦੂਸਰੀ ਬਲੀ ਅਚੰਦ, ਰਤ ਕਰਤ ਉਤਸ਼ਾਹ ਬਿਲੰਦ। ਇਸ ਤਰ੍ਹਾਂ ਗੁਰੂ ਪਿਆਰਿਓ ਬੜੀ ਉਤਸ਼ਾਹ ਦੇ ਨਾਲ ਲੜਾਈ ਹੋ ਰਹੀ ਹੈ। ਉੱਚੀ ਧੁਨ ਤੇ ਬਾਜਤ ਢੋਲ, ਲਲਕਾਰਤ ਸੂਰਨ ਕੋ ਟੋਲ। ਉੱਚੀ ਧੁਨ ਦੇ ਨਾਲ ਢੋਲ ਵੱਜ ਰਹੇ ਹਨ। ਐਚ ਤਨ ਬਾਣ ਚਲਾਵੈ, ਤਨ ਸਿੰਘਨ ਕੇ ਪੁੰਜ ਤਸਾਵੈ। ਔਰ ਖਿੱਚ ਖਿੱਚ ਕੇ ਬਾਣ ਚਲਾਉਣ ਲੱਗੇ ਹਨ। ਉਹਦੇ ਸਿੰਘ ਚਲ ਸਨਮੁਖ ਹੋਵਾ, ਸਿੰਘਨ ਸੰਗ ਕਰਿਓ ਰਿਪਜੂਵਾ। ਹੁਣ ਆਲਮ ਸਿੰਘ ਪਿੱਛੇ ਹਟ ਗਿਆ, ਉਹਦੇ ਸਿੰਘ ਇਹ ਮੂਹਰੇ ਹੋ ਗਿਆ ਘੋੜਾ ਭਜਾ ਕੇ। ਕਿਆ ਦੇਖਤ ਹੋ ਹਤਰ ਤੁਫੰਗੇ, ਆਵੇ ਸ਼ਤਰੂ ਵਧਿਓ ਪਟੰਗੇ। ਸਿੰਘਾਂ ਨੂੰ ਕਹਿੰਦਾ ਕੀ ਵੇਖਦੇ ਹੋ, ਇਹਨਾਂ ਦੁਸ਼ਮਣਾਂ ਨੂੰ ਵੱਢੋ, ਵੱਢ ਕੇ ਸਿੱਟੋ। ਸੁਣਤ ਖਾਲਸੇ ਇੱਕ ਵਿਰ ਛੋਰੀ, ਚਲੀ ਸਮੂਹ ਸ਼ੂਕ ਤੇ ਗੋਰੀ। ਇਸ ਤਰ੍ਹਾਂ ਖਾਲਸੇ ਨੇ ਆਵਾਜ਼ ਸੁਣਦਿਆਂ ਹੀ ਬੰਦੂਕਾਂ ਚਲਾ ਦਿੱਤੀਆਂ। ਬਲੀਆ ਚੰਦ ਜੰਗ ਮੈਂ ਲਾਗੀ, ਭੱਟ ਬਹੁ ਮਰੇ ਚਮੰਗ ਬਹੁ ਭਾਗੀ। ਬਲੀਆ ਚੰਦ ਜੀ ਦਾ ਹੱਥ ਪਹਿਲਾਂ ਵੱਢਿਆ ਗਿਆ ਤੇ ਇੱਕ ਗੋਲੀ ਇਸ ਦੇ ਜੰਗ ਵਿੱਚ ਭਾਵ ਇੱਥੇ ਲੱਕ ਵਿੱਚ ਆ ਲੱਗੀ ਤੇ ਡਿੱਗ ਪਿਆ। ਔਰ ਇਹਦੇ ਨਾਲ ਹੀ
ਕਈ ਪਹਾੜੀਏ ਵੀ ਮਰ ਗਏ ਜਦੋਂ ਇੱਕੋ ਛਲ ਇਕੱਠੀ ਛੱਡੀ। ਜੋ 100-150 ਬੰਦੂਕ ਇਕੱਠੀ ਛੱਡ ਦਈਏ, ਉਹਨੂੰ ਕਹਿੰਦੀ ਹੈ ਛਲਕ ਛੱਡਣਾ। ਉਹਨਾਂ ਦੇ ਵਿੱਚ ਤਾਂ ਫਿਰ ਕੋਈ ਨਾ ਕੋਈ ਆ ਹੀ ਜਾਂਦਾ ਹੈ। ਪਹਾੜੀਏ ਉੱਦਾਂ ਹੀ ਭੇਡਾਂ ਦੀ ਨਿਆਈ ਇਕੱਠੇ ਖੜੇ ਹੁੰਦੇ ਆ ਇਹ, ਕਿਉਂਕਿ ਜੰਗ ਕਰਨ ਦਾ ਵੀ ਢੰਗ ਹੁੰਦਾ ਹੈ। ਖਾਲਸਾ ਖਿੜ ਕੇ ਜੰਗ ਕਰਦਾ ਹੈ, ਜੇ ਸ਼ਹੀਦ ਹੁੰਦਾ ਤਾਂ 1-2 ਹੁੰਦੇ ਹੈ, ਪਰ ਜੇ ਇੱਧਰੋਂ ਗੋਲੀਆਂ ਛੱਡੀਆਂ ਜਾਣ ਉਹ ਇਕੱਠੇ ਹੋ ਕੇ ਖੜੇ ਹੋਣ ਤੇ ਫਿਰ ਇੱਕ ਇੱਕ ਗੋਲੀ 2-2 3-3 ਦੀ ਵੱਜ ਜਾਂਦੀ ਆ। ਇਸ ਤਰ੍ਹਾਂ ਬਲੀਆ ਚੰਦ ਦੇ ਨਾਲ ਕਈ ਪਹਾੜੀਏ ਵੀ ਮਾਰੇ ਗਏ। ਘਾਇਲ ਹਵ ਬਲੀਆ ਹਟ ਪਰਿਓ ਬਹੁਰ ਪਹਾੜੀ ਨੈ ਕੋਥਰਿਓ। ਤੋ ਬਲੀਏ ਦੇ ਜੰਗ ਵਿੱਚ ਲੱਗੀ ਆ, ਲੱਖ ਵਿੱਚ ਲੱਗੀ ਆ, ਇਹ ਹਲੇ ਜ਼ਖਮੀ ਹੋਇਆ ਹੈ, ਨਾਲ ਦੇ ਕਈ ਮਾਰੇ ਗਏ। ਚਲੀ ਪਲਾਇਨ ਹੈ ਬਿਨ ਤੀਰ ਪਰੇ ਗਗਨ ਬੜ ਬਰਬਰ ਵੀਰ। ਔਰ ਇਹ ਪਹਾੜੀਏ ਜਿਹੜੇ ਸਨ ਧੀਰਜ ਛੱਡ ਕੇ ਭੱਜ ਲਏ ਜਦੋਂ ਜਰਨੈਲ ਇਹਨਾਂ ਦਾ ਫੱਟੜ ਹੋ ਗਿਆ। ਆਤੀ ਸੈਂਕੜੇ ਜੁਅਰ ਰਹੇ ਭਜੀ ਸਿਪਾਹ ਤਰਾਸ ਕੋ ਗਏ। ਔਰ ਜਿਹੜੇ ਸੈਂਕੜੇ ਭਾਵ ਜਿਹੜੇ ਕੋਈ ਅੜ ਗਏ ਉਹ ਸਿੰਘਾਂ ਨੇ ਵੱਢ ਦਿੱਤੇ ਤੇ ਜਿਹੜੇ ਭੱਜ ਗਏ ਡਰਦੇ ਭੱਜ ਗਏ। ਇਸ ਤਰ੍ਹਾਂ ਰਾਮ ਕੋ ਐਰ ਸਭ ਕਹਿਤ ਪ੍ਰਸੰਗ ਤਬ ਮੈਂ ਹੁਤੋ ਪ੍ਰਭੂ ਕੇ ਸੰਗ। ਉਸ ਵੇਲੇ ਭਾਈ ਰਾਮ ਕੋਇਰ ਜਿਨ੍ਹਾਂ ਨੇ ਕਥਾ ਲਿਖਾਈ ਆ, ਪਿਛਲੇ ਦਿਨੀ ਵੀ ਗੱਲ ਸਾਂਝੀ ਕੀਤੀ ਸੀ, ਰਾਮ ਕੋਇਰ ਜੀ ਕਹਿੰਦੇ ਉਸ ਵੇਲੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ ਇਹ ਜੰਗ ਵੇਲੇ। ਉਤੋ ਅਵਸਥਾ ਵਿਖੇ ਛੁਟੇਰਾ ਮਰੇ ਸੰਗ ਕੀਤ ਕਰਨ ਹੀਰਾ। ਮੇਰੀ ਉਮਰ ਭਾਵੇਂ ਛੋਟੀ ਸੀ, ਕਿਉਂਕਿ ਜੋ ਤਿਲਕ ਦਿੱਤਾ ਪਾਤਸ਼ਾਹ ਨੂੰ ਉਦੋਂ 2 ਸਾਲ ਦੇ ਸਨ, ਹੁਣ 10-15 ਸਾਲ ਦੇ ਹੋ ਗਏ ਹੋਣਗੇ। ਤਾਂ ਇਸ ਕਰਕੇ ਉਹ ਕਹਿੰਦੇ ਮੇਰੀ ਉਮਰ ਛੋਟੀ ਸੀ ਪਰ ਮੈਂ ਬਹੁਤ ਸਾਰੇ ਸਿੰਘਾਂ ਨੂੰ ਮਰਦੇ ਵੇਖਿਆ ਜੀ। ਤਬ ਮੁਝ ਕੋ ਕੰਪਾ ਹੋਇਆਈ ਉਪਜੋ ਰਿਦੇ ਤਰਾਸ ਸੁਮਦਾਈ। ਉਸ ਵੇਲੇ ਕਹਿੰਦੇ ਮੇਰੇ ਅੰਦਰ ਵੀ ਕੰਬ ਗਿਆ, ਮੈਂ ਅੰਦਰ ਤੱਕ ਮੇਰੇ ਅੰਦਰ ਡਰ ਉਤਪਨ ਹੋ ਗਿਆ, ਮੈਂ ਬਹੁਤ ਛੋਟਾ ਸੀ। ਕਿਰਪਾ ਦ੍ਰਿਸ਼ਟ ਅਵਲੋਕਨ ਕਰਿਓ ਸ੍ਰੀ ਮੁਕਤੀ ਮੁਸਕਾਇਓ ਚਰਿਓ। ਸਤਿਗੁਰੂ ਪਾਤਸ਼ਾਹ ਨੇ ਭਾਂਪ ਲਿਆ ਇਹ ਬੱਚਾ ਰਾਮ ਕੋਇਰ ਡਰ ਗਿਆ ਹੈ। ਹੱਸਦੇ ਕਹਿੰਦੇ ਜਿਮ ਉਦਵ ਕੋ ਰਾਖ ਅਸ਼ੋਕ ਕ੍ਰਿਸ਼ਨ ਸਿਧਾਰ ਗਏ ਪਰਲੋਕ। ਉਦਵ ਜਿਹੜਾ ਸੀਗਾ ਇਹ ਕ੍ਰਿਸ਼ਨ ਜੀ ਦਾ ਸਾਥੀ ਸੀ। ਮਾਨੋ ਇਸ ਨੇ ਰਾਸ ਲੀਲਾ ਦਾ ਜਾਂ ਉਸ ਤੋਂ ਪਹਿਲਾਂ ਕ੍ਰਿਸ਼ਨ ਜੀ ਦਾ ਪ੍ਰਚਾਰ ਵੀ ਕੀਤਾ ਹੈ। ਉਦੋਂ ਜਿਹੜਾ ਕਹਾਉਂਦਾ ਹੈ, ਜਿਸ ਤਰ੍ਹਾਂ ਕ੍ਰਿਸ਼ਨ ਜੀ ਆਪ ਤਾਂ ਗੁਰੂ ਪਿਆਰਿਓ ਛੱਡ ਗਏ ਸਰੀਰ ਨੂੰ, ਚਲਾਣਾ ਕਰ ਗਏ, ਚਲੇ ਗਏ ਸੰਸਾਰ ਚੋਂ, ਪਰਲੋਕ ਸੁਧਾਰ ਗਏ, ਪਰ ਆਪਣੇ ਸਾਥੀ ਉਦਵ ਨੂੰ ਪ੍ਰਚਾਰ ਕਰਨ ਵਾਸਤੇ ਛੱਡ ਗਏ। ਉਦੋਂ ਵੈਸੇ ਇਤਿਹਾਸ ਵਿੱਚ ਉਹ ਉਦੋਂ ਕਹਿੰਦੇ ਹੈ, ਉਦਵ ਵੀ ਕਹਿ ਦਿੰਦੇ ਹੈ। ਉਹ ਬਾਅਦ ਵਿੱਚ ਬਹੁਤ ਕਹਾਣੀਆਂ ਕ੍ਰਿਸ਼ਨ ਜੀ ਦੀਆਂ ਸੰਸਾਰ ਨੂੰ ਸੁਣਾਉਂਦਾ ਸੀ। ਜਿਹੜੀਆਂ ਗੋਪੀਆਂ ਸੀ, ਭਾਵ ਮਥੁਰਾ ਬਿੰਦਰਾਵਨ ਦੀ ਸੰਗਤ ਸੀ, ਉਹਨਾਂ ਨੂੰ ਇਹ ਕ੍ਰਿਸ਼ਨ ਜੀ ਦੀਆਂ ਬਹੁਤ ਕਥਾ ਕਹਾਣੀਆਂ ਸੁਣਾਉਂਦਾ। ਉਹਨਾਂ ਦੇ ਅੰਦਰ ਵਿਰਾਗ ਪੈਦਾ ਹੋ ਜਾਂਦਾ। ਫਿਰ ਉਦੋਂ ਨੂੰ ਕਹਿੰਦੀਆਂ ਸਾਨੂੰ ਕ੍ਰਿਸ਼ਨ ਮਿਲਾ ਦੇ। ਉਹ ਕਹਿੰਦਾ ਮੈਂ ਕੀ ਕਰਾਂ, ਉਹ ਤਾਂ ਮੈਨੂੰ ਵੀ ਛੱਡ ਕੇ ਚਲੇ ਗਏ। ਕਹੋ ਸਤਿਨਾਮ। ਬਸ ਹੁਣ ਮੇਰੇ ਕੋਲ ਉਹਨਾਂ ਦਾ ਪ੍ਰਚਾਰ ਹੈ। ਇਸੇ ਤਰ੍ਹਾਂ ਜਿਵੇਂ ਕ੍ਰਿਸ਼ਨ ਜੀ ਨੇ ਉਦੋਂ ਨੂੰ ਬਚਾ ਗਿਆ, ਆਪ ਚਲੇ ਗਏ, ਇਸੇ ਤਰ੍ਹਾਂ ਪ੍ਰੀਤਮ 10ਵੇਂ ਪਾਤਸ਼ਾਹ ਜੀ ਰਾਮ ਕੋਇਰ ਜੀ ਨੂੰ ਇਹ ਇਤਿਹਾਸ ਲਿਖਾਉਣ ਵਾਸਤੇ ਮਾਨੋ ਛੱਡ ਗਏ, ਬਚਾ ਗਏ ਹਨ। ਇਸ ਬਿਦ ਕਹੇ ਗੁਰੂ ਪੀ ਕਰਨੀ ਰਖ ਗੁਰ ਬਖਸ਼ ਸਿੰਘ ਤਲ ਧਰਨੀ। ਔਰ ਇਸੇ ਵਿਧੀ ਨਾਲ ਗੁਰੂ ਜੀ ਵੀ ਗੁਰਬਖਸ਼ ਸਿੰਘ ਨੂੰ ਧਰਤੀ ਦੇ ਉੱਤੇ ਛੱਡ ਕੇ ਜਾਣਗੇ। ਭਾਵ ਕਹਿੰਦੇ ਹਨ ਰਾਮ ਕੋਇਰ ਗੁਰਬਖਸ਼ ਸਿੰਘ ਘਬਰਾ ਨਾ, ਜਿਵੇਂ ਕ੍ਰਿਸ਼ਨ ਜੀ ਨੇ ਉਦਮ ਨੂੰ ਬਚਾਇਆ, ਮੈਂ ਤੈਨੂੰ ਮਰ ਨਹੀਂ ਦੇਵਾਂਗਾ, ਤੇਰੀ ਮੈਥੋਂ ਬਾਅਦ ਲੋੜ ਪੈਣੀ ਆ। ਤਾਂ ਬਾਅਦ ਦੇ ਵਿੱਚ ਹੀ ਸਿੰਘਾਂ ਨੂੰ ਖਿਆਲ ਆਇਆ ਸੀਗਾ ਬਈ ਜਿਸ ਤਰ੍ਹਾਂ ਬਾਬੇ ਨਾਨਕ ਜੀ ਦਾ ਇਤਿਹਾਸ ਲਿਖਿਆ ਗਿਆ ਹੈ, ਇਸੇ ਤਰ੍ਹਾਂ ਦੂਜੇ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਦਾ ਖਾਲਸੇ ਦੀਆਂ ਜੰਗਾਂ ਦਾ ਇਤਿਹਾਸ ਵੀ ਲਿਖਿਆ ਜਾਵੇ। ਯਾਰ ਫਿਰ ਸਲਾਹ ਬਣੀ ਵੀ ਲਿਖਾਵੇ ਕੌਣ, ਹੁਣ ਇੰਨਾ ਪੁਰਾਣਾ ਤਾਂ ਬੰਦਾ ਹੀ ਕੋਈ ਹੈ ਨਹੀਂਗਾ ਆਪਣੇ ਕੋਲ। ਤਾਂ ਫਿਰ ਸਲਾਹ ਬਣੀ, ਸਭ ਦੇ ਅੰਦਰ ਖਿਆਲ ਆਇਆ ਗੁਰਮੁਖਾਂ ਦੇ ਵੀ ਬਾਬੇ ਬੁੱਢੇ ਕਿਆਂ ਨੂੰ ਇਸ ਗੱਲ ਦਾ ਵਰ ਮਿਲਿਆ, ਬਖਸ਼ਿਸ਼ ਹੋਈ ਹੈ। ਇੱਕ ਦਿਨ ਬਾਬੇ ਨਾਨਕ ਨੇ ਬਾਬੇ ਬੁੱਢੇ ਨੂੰ ਕਿਹਾ ਸੀ, ਬੁੱਢਿਆ ਮੈਂ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਤੈਥੋਂ ਓਲੇ ਨਹੀਂ ਹੋਵਾਂਗਾ। ਚਲੋ ਬਾਬੇ ਬੁੱਢੇ ਦੀ ਵੰਸ ਕੋਲ ਚੱਲਦੇ ਹਾਂ। ਉਹਨਾਂ ਦੇ ਵਿੱਚੋਂ ਜੋ ਵੀ ਇਸ ਵੇਲੇ ਹੈ ਉਸ ਨੂੰ ਇਹ ਸਾਰਾ ਇਤਿਹਾਸ ਇੱਦਾਂ ਪ੍ਰਗਟ ਹੋ ਸਕਦਾ ਹੈ ਜਿਵੇਂ ਹੱਥ ਉੱਤੇ ਔਲਾ ਰੱਖੀ ਹੈ। ਕਹੋ ਸਤਿਨਾਮ। ਇਸ ਕਰਕੇ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਹਨ ਉਸ ਵੇਲੇ ਪਾਤਸ਼ਾਹ ਨੇ ਮੈਨੂੰ ਕਿਹਾ ਸੀਗਾ
ਤੈਨੂੰ ਅਸੀਂ ਬਚਾਵਾਂਗੇ, ਬੱਚਾ ਮਰ ਨਹੀਂ ਦਿੰਦੇ। ਬਹੁਰ ਸਿਧਾਰਣਗੇ ਪਰਲੋਕ, ਨੈ ਡਰ ਬਨੋ ਅਸ਼ੋਕ। ਔਰ ਤੈਨੂੰ ਛੱਡ ਕੇ ਜਾਵਾਂਗੇ, ਅਸੀਂ ਭਾਵੇਂ ਚਲੇ ਜਾਈਏ, ਡਰੋ ਨਾ, ਆਨੰਦ ਮਾਣੋ, ਤਮਾਸ਼ਾ ਦੇਖੋ ਜੰਗ ਦਾ। ਸ਼੍ਰੀ ਕਲਗੀਧਰ ਭਾਖਿਓ ਜਬੋਂ, ਰੋਦਨ ਕਰਨ ਲਾਗਿਓ ਮੈਂ ਤਬੋਂ। ਜਦੋਂ ਪਾਤਸ਼ਾਹ ਜੀ ਨੇ ਏਦਾਂ ਕਿਹਾ ਤਾਂ ਮੈਂ ਰੋਣ ਲੱਗ ਪਿਆ। ਸ਼੍ਰੀ ਮੁਕਤੀ ਪੁਨ ਬਾਕ ਅਲਾਵੈ, ਰਿਉਪਨ ਚਲਾਏ ਖਾਲਸਾ ਆਵੈ। ਪਾਤਸ਼ਾਹ ਕਹਿਣ ਲੱਗੇ ਕੀ ਹੋ ਗਿਆ ਤੈਨੂੰ? ਇਹ ਖਾਲਸਾ ਮੇਰਾ ਵੈਰੀਆਂ ਨੂੰ ਭਜਾ ਕੇ ਆਵੇਗਾ, ਘਬਰਾ ਨਾ। ਹਰ ਤੀਰਜ ਕੋ ਉਰ ਨੈ ਰੋਹੋ, ਸੰਗਰ ਮਚਿਓ ਖਰੋ ਰਹਿ ਜੁਵੋ। ਤੂੰ ਜੰਗ ਹੋ ਰਿਹਾ, ਤੂੰ ਜੰਗ 'ਚ ਨਹੀਂ ਵੜਨਾਗਾ, ਡਰਨਾ, ਤੂੰ ਮੇਰੇ ਕੋਲ ਰਹਿ। ਔਰ ਖਾਲਸਾ ਜਿਹੜਾ ਦੁਸ਼ਮਣ ਨੂੰ ਮਾਰ ਕੇ ਆਵੇਗਾ। ਇਤਨੇ ਬਿਖੇ ਭਜਾਏ ਪਹਾੜੀ, ਅਰਿਓ ਰਹਿਓ ਤੈ ਦੀਨ ਸਮਾਰੀ। ਅਖੀਰ ਖਾਲਸਾ ਜੀ ਨੇ ਜਿਹੜੇ ਅੜ ਗਏ ਉਹਨਾਂ ਨੂੰ ਮਾਰ ਦਿੱਤਾ ਔਰ ਬਾਕੀ ਦੇ ਕਹਿ ਡਰਦੇ ਭੱਜ ਗਏ। ਖਾਲਸਾ ਮਗਰ ਗਿਆ, ਥੋੜੀ ਦੂਰੀ ਤੱਕ ਭੱਜ ਗਏ, ਫਿਰ ਪਿੱਛੇ ਜਾਣ ਦਾ ਹੁਕਮ ਨਹੀਂ ਗੁਰੂ ਸਾਹਿਬ ਦਾ। ਕਹਿੰਦੇ ਭੱਜਦੇ ਹੋਏ ਦੁਸ਼ਮਣ ਦੇ ਮਗਰ ਕਦੇ ਨਾ ਜਾਓ, ਕਿਉਂਕਿ ਇਹਦੇ ਵਿੱਚ ਦੁਸ਼ਮਣ ਦੀ ਚਾਲ ਵੀ ਹੋ ਸਕਦੀ ਹੈ। ਤੇ ਜੇ ਉਹ ਭੱਜ ਹੀ ਗਿਆ ਡਰਦਾ, ਫਿਰ ਉਹਨੂੰ ਮਾਰਨਾ ਵੀ ਆਪਣਾ ਧਰਮ ਨਹੀਂ ਹੈ। ਕਹੋ ਸਤਿਨਾਮ। ਕਿਉਂਕਿ ਫੌਜ ਦੀ ਇਹ ਚਾਲ ਹੁੰਦੀ ਹੈ, ਕਈ ਵਾਰੀ ਜਾਣ ਬੁੱਝ ਕੇ ਭੱਜ ਲੈਣਾ, ਦੁਸ਼ਮਣ ਮਗਰ ਭੱਜਦਾ, ਉਹ ਇੱਕਦਮ ਪਾਸਾ ਪਲਟ ਕੇ ਖੜ ਜਾਂਦੇ ਹੈ, ਉਹ ਦੁਸ਼ਮਣ ਉੱਤੇ ਜਾ ਚੜ੍ਹਦਾ ਹੈ ਤੇ ਵੜ ਦਿੰਦੇ ਆ ਫਟਾਫਟ, ਸੰਭਲ ਤੋਂ ਪਹਿਲਾਂ ਹੀ। ਇਸ ਕਰਕੇ ਭੱਜਦੇ ਦੇ ਮਗਰ ਨਹੀਂ ਭੱਜਣਾ। ਖਾਲਸਾ ਪੁੱਠਾ ਮੁੜਿਆ ਹੈ। ਜਾਮੋ ਆਕਾਸ਼ੀ ਸਭ ਚਲ ਗਏ, ਅੰਤਰ ਧਿਆਨ ਬਿਲੋਕਤ ਭਈ। ਔਰ ਜੋ ਖਾਲਸਾ ਜੀ ਨੂੰ ਫੌਜਾਂ ਨੂੰ ਸ਼ਹੀਦੀ ਫੌਜਾਂ, ਆਕਾਸ਼ੀ ਫੌਜਾਂ ਦਿਖਾਈ ਦੇ ਰਹੀਆਂ ਸਨ, ਉਹ ਵੀ ਅਲੋਪ ਹੋ ਗਈਆਂ, ਬਿਲੋਕਦੇ ਹੋਏ, ਅੰਤਰ ਧਿਆਨ ਹੋ ਗਈਆਂ ਵੇਖਦੇ ਹੋਏ। ਬਹੁਰ ਖਾਲਸਾ ਹਟ ਕਰ ਆਇਓ, ਕਰੇ ਪ੍ਰਭੂ ਕੋ ਦਰਸ਼ਨ ਪਾਇਓ। ਫਿਰ ਜਿਹੜੇ ਸਿੰਘ ਖਾਲਸਾ ਜੀ ਉਹ ਵਾਪਸ ਮੁੜੇ ਆਏ ਪ੍ਰੀਤਮ ਜੀ ਦੇ ਕੋਲ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ, ਧੀਰਜ ਦੀਨ ਸਭਨ ਕੇ ਤਾਈ। ਸਭ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਹੋਏ ਪ੍ਰੀਤਮ ਜੀ ਸਿੰਘਾਂ ਨੂੰ ਧੀਰਜ ਦੇਣ ਲੱਗੇ ਹਨ। ਸਿੰਘਨ ਦਿਸ਼ ਕੋ ਪਿਕਤ ਉਚਾਰੇ, ਹਿੰਦੂ ਹੈ ਪਹਾੜੀਏ ਸਾਰੇ। ਔਰ ਸਤਿਗੁਰੂ ਪਾਤਸ਼ਾਹ ਜੀ ਸਿੰਘਾਂ ਦੇ ਵੱਲ ਦੇਖਦੇ ਹੋਏ ਕਹਿੰਦੇ ਇਹ ਸਾਰੇ ਪਹਾੜੀਏ ਹਿੰਦੂ ਹਨ। ਸੁਣਤ ਖਾਲਸਾ ਬਿਨਤੀ ਕਹੇ, ਸਕਲ ਪਹਾੜੀ ਬਨ ਚਰ ਹੈ। ਖਾਲਸਾ ਜੀ ਕਹਿਣ ਲੱਗੇ ਮਹਾਰਾਜ ਇਹ ਸਾਰੀ ਪਹਾੜੀਏ ਤਾਂ ਸਾਨੂੰ ਜੰਗਲ ਵਿੱਚ ਚਰਨ ਵਾਲੇ ਜਾਨਵਰ ਹੀ ਲੱਗਦੇ ਹਨ। ਸੋ ਹਮਰੋ ਹੈ ਖਾਜ ਵਿਸਾਲਾ, ਖਾਵਤ ਰਹੇ ਸਰਬ ਕਾਲਾ। ਇਹ ਤਾਂ ਸ਼ੇਰਾਂ ਦਾ ਖਾਈ ਹੈ, ਭਾਵ ਇਹਨਾਂ ਨੂੰ ਅਸੀਂ ਸਹਿਜੇ ਮਾਰ ਲਵਾਂਗੇ ਜਿਵੇਂ ਸ਼ਿਕਾਰ ਖੇਡਦੇ ਆ। ਤਬ ਕਲਗੀਧਰ ਪੁਨ ਮੁਸਕਾਏ, ਸਭਨ ਸੁਨਾਵਤ ਬਾਕ ਅਲਾਏ। ਬਾਦਸ਼ਾਹ ਸੁਣ ਕੇ ਜੋਸ਼ ਉਹਨਾਂ ਦਾ ਹੱਸ ਪਏ ਤੇ ਕੀ ਕਹਿੰਦੇ? ਸੁਨੋ ਖਾਲਸਾ ਜੀ ਦੇ ਕਾਨ, ਕਰੇ ਗਰੀਸ਼ ਰਾਜ ਅਭਿਮਾਨ। ਖਾਲਸਾ ਜੀ ਗੱਲ ਸੁਣੋ, ਜਦੋਂ ਇਹ ਪਹਾੜੀਏ ਹੰਕਾਰ ਕਰਨਗੇ, ਨਹੀਂ ਨੇਤ ਪਾਣੇ ਕੋ ਮਾਨੈ, ਪਰਮੇਸ਼ਰ ਕੀ ਗਤ ਨਹਿ ਜਾਣੈ। ਜਦੋਂ ਇਹ ਪਹਾੜੀਏ ਹੰਕਾਰੀ ਹੋ ਜਾਂਦੇ ਆ, ਜਿਵੇਂ ਭੀਮ ਚੰਦ ਵਰਗੇ ਗੁਰੂ ਪਿਆਰਿਓ ਮੁਗਲਾਂ ਦੇ ਨਾਲ ਮਿਲ ਕਰਕੇ ਗੁਰੂ ਸਾਹਿਬ ਨੂੰ ਘੇਰਾ ਪਾਇਆ ਸੀ। ਪਾਤਸ਼ਾਹ ਕਹਿੰਦੇ ਸਿੰਘੋ, ਜਦੋਂ ਇਹਨਾਂ ਪਹਾੜੀਆਂ ਨੂੰ ਹੰਕਾਰ ਹੋ ਜਾਂਦਾ ਹੈ, ਇਹ ਪਰਮੇਸ਼ਰ ਦੇ ਕੁਦਰਤ ਦੇ ਭਾਣੇ ਨੂੰ ਨਹੀਂ ਮੰਨਦੇ, ਪਰਮੇਸ਼ਰ ਦੇ ਹੁਕਮ ਨੂੰ ਨਹੀਂ ਮੰਨਦੇ। ਆਏ ਸਮਾਨ ਕੀ ਸਿਰ ਬਰੀ, ਬਿਨ ਹੰਕਾਰ ਹੋਏ ਬਿਦ ਭਲੇ। ਔਰ ਇੱਕ ਦਿਨ ਸਮਾਂ ਆਵੇਗਾ, ਇਹਨਾਂ ਤੋਂ ਵੀ ਤਕੜਾ ਆਵੇਗਾ ਇਹਨਾਂ ਦੇ ਉੱਤੇ, ਇਹਨਾਂ ਦਾ ਹੰਕਾਰ ਪਹਾੜੀਆਂ ਦਾ ਸਹਿਜੇ ਹੀ ਟੁੱਟ ਜਾਣਾ। ਦੋਹਰਾ ਭਲੀ ਨਿਭਾਈ ਪੁਰਖ ਨੇ, ਕੀਨੋ ਤੀਜਾ ਲੋਗ। ਆਤਾ ਚੰਗਾ ਕੀਤਾ ਅਕਾਲ ਪੁਰਖ ਨੇ, ਤੀਸਰਾ ਪੰਥ ਪੈਦਾ ਕਰ ਦਿੱਤਾ। ਇਹ ਤੀਸਰਾ ਪੰਥ ਦੋਨਾਂ ਦੀ ਰਕਸ਼ਾ ਕਰਨ ਵਾਸਤੇ ਵੀ ਹੈ, ਤੇ ਜੇ ਕੋਈ ਇਹਦੇ ਉੱਤੇ ਕਹਿਰੀ ਅੱਖ ਰੱਖਦਾ ਹੈ, ਫਿਰ ਉਸ ਨੂੰ ਖਤਮ ਕਰਨ ਵਾਸਤੇ ਵੀ ਹੈ। ਕਹੋ ਸਤਿਨਾਮ। ਇੱਥੇ ਪੁਰਖ ਤੋਂ ਭਾਵ ਪਰਮੇਸ਼ਰ ਹੈ। ਜੋ ਪਰਮੇਸ਼ਰ ਨੇ ਤੀਸਰਾ ਪੰਥ ਸਾਜਣ ਦਾ ਹੁਕਮ ਦਿੱਤਾ ਹੈ, ਇਹ ਵੀ ਚੰਗਾ ਹੀ ਕੀਤਾ ਉਸਨੇ। ਜਿਨ ਸਿਰ ਜੀ ਕੋਈ ਤਿਸੇ, ਮਿਟੇ ਤੁਮਾਰਾ ਰੋਗ। ਕਹਿਣ ਲੱਗੇ ਤੁਸੀਂ ਨਾ ਫਿਕਰ ਕਰੋ, ਇਹ ਤਾਂ ਜਿਸ ਨੇ ਸਾਜਿਆ ਉਹ ਆਪੇ ਹੀ ਮਾਰ ਦੇਵੇਗਾ। ਤੀਨ ਬਾਰਿਸ ਰੀਤ ਬਖਾਨਾ, ਰੋਗ ਸਮਾਨ ਸ਼ਤਰੂ ਹੋਇ ਹਾਨਾ। ਬਾਦਸ਼ਾਹ ਕਹਿੰਦੇ ਜਿਵੇਂ ਕੋਈ ਬਿਮਾਰੀ ਚਲੀ ਜਾਂਦੀ ਹੈ, ਇਹ ਬਿਮਾਰੀ ਹਨ ਪਹਾੜੀਏ ਲੋਕ ਸਾਰੇ, ਇਹ ਤਾਂ ਇਦਾਂ ਹੀ ਖਤਮ ਹੋ ਜਾਣਗੇ। ਸੁਣਤ ਖਾਲਸੇ ਖੁਸ਼ੀ ਵਿਸਾਲੇ, ਸ੍ਰੀ ਗੁਰੂ ਕੋ ਰਖ ਲਖਿਓ ਕਿਰਪਾਲੇ। ਤਾਂ ਖਾਲਸਾ ਜੀ ਬੜੇ ਖੁਸ਼ ਹੋਏ। ਪਾਤਸ਼ਾਹ ਜੀ ਦੇ ਬਚਨ ਉਹਨਾਂ ਲੋਕਾਂ ਦੇ ਲਈ ਸਨ,
ਉਹਨਾਂ ਪਹਾੜੀਆਂ ਲਈ ਜਾਣ ਸਨ, ਜਿਹੜੇ ਲਾਟੂ ਵਾਂਗੂ ਫਿਰਮੇ ਲਾਟੂ ਸਨ। ਜਿੱਧਰ ਪਲੜਾ ਭਾਰੀ ਵੇਖਦੇ ਉਧਰ ਉਲਟ ਜਾਂਦੇ। ਮੁਗਲਾਂ ਨਾਲ ਰਲ ਗਏ, ਸੌਹਾਂ ਪਾ ਗਏ ਗਊ ਦੀਆਂ ਆ ਕੇ, ਉਹਨਾਂ ਨੇ ਕੁਰਾਨ ਦੀਆਂ ਪਾ ਦਿੱਤੀਆਂ। ਤੇ ਜਿਸ ਵੇਲੇ ਗੁਰੂ ਸਾਹਿਬ ਨੇ ਚਲੋ ਉਹਨਾਂ ਦੀ ਗੱਲ ਮੰਨ ਕੇ ਕਿਲ੍ਹਾ ਛੱਡਣਾ ਮੰਨ ਲਿਆ, ਫਿਰ ਕੀ ਕੀਤਾ, ਮਗਰ ਹਮਲਾ ਕਰ ਦਿੱਤਾ। ਪਾਤਸ਼ਾਹ ਕਹਿੰਦੇ ਪਹਿਲਾਂ ਅਸੀਂ ਸਮਾਨ ਬਾਹਰ ਕੱਢਾਂਗੇ। ਵੈਸੇ ਪਾਤਸ਼ਾਹ ਜੀ ਨੇ ਖਾਲਸਾ ਜੀ ਨੂੰ ਕਿਹਾ ਸੀਗਾ ਵੀ ਇੱਕ ਹਫ਼ਤਾ ਰੁਕ ਜਾਓ, 8 ਦਿਨਾਂ ਦੇ ਬਾਅਦ ਇਹ ਘੇਰਾ ਉੱਠ ਜਾਵੇਗਾ। ਸਿੰਘ ਕਹਿੰਦੇ ਨਹੀਂ ਮਹਾਰਾਜ, ਆਪਾਂ ਨੂੰ ਹੁਣੇ ਆਫਰ ਦਿੰਦੇ ਆ ਵੀ ਤੁਸੀਂ ਚਲੇ ਜਾਓ ਨਿਕਲ ਕੇ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਆਪਾਂ ਫੇਰ ਆ ਜਾਵਾਂਗੇ। ਦੇਖੋ ਅੰਦਰ ਖਾਣ ਪੀਣ ਦਾ ਸਮਾਨ ਵੀ ਮੁੱਕ ਗਿਆ। ਪਾਤਸ਼ਾਹ ਕਹਿੰਦੇ ਹਫ਼ਤਾ ਨਹੀਂ ਰੁਕਣਾ, 3 ਦਿਨ ਠਹਿਰ ਜਾਓ। ਕਹਿੰਦੇ ਨਾ ਮਹਾਰਾਜ, ਆਪਾਂ ਚੱਲੀਏ, ਆਪਾਂ ਨੂੰ ਹੁਣ ਮੌਕਾ ਹੈ। ਪਾਤਸ਼ਾਹ ਕਹਿੰਦੇ ਇਹ ਬਹੁਤ ਗੰਦੇ ਬੰਦੇ ਹੈ, ਫਿਰਮੇ ਲਾਟੂ ਵਰਗੇ ਹੈ, ਇਹ ਬਚਨ ਦੇ ਬਲੀ ਨਹੀਂ ਹੈਗੇ। ਨਹੀਂ ਮਹਾਰਾਜ ਚੱਲੀਏ। ਅਖੀਰ ਸਾਰਿਆਂ ਸਿੰਘਾਂ ਨੇ ਬੇਨਤੀਆਂ ਕਰਨ ਤੇ ਮਾਤਾ ਜੀ ਹੋਰਾਂ ਦੇ ਕਹਿਣ ਤੇ ਪਾਤਸ਼ਾਹ ਜੀ ਨੇ ਪਰਮੇਸ਼ਰ ਦਾ ਭਾਣਾ ਮੰਨਦਿਆਂ ਹੋਇਆ ਅਨੰਦਪੁਰ ਦਾ ਕਿਲ੍ਹਾ ਛੱਡਣ ਦੀ ਸਲਾਹ ਕਰ ਲਈ। ਪਰ ਉਹਨਾਂ ਦੇ ਜਿਹੜੇ ਵਕੀਲ ਆਏ ਸੀਗੇ, ਪੰਮਾ ਪ੍ਰੋਹਤ ਹਿੰਦੂਆਂ ਵੱਲੋਂ, ਪਹਾੜੀਆਂ ਵੱਲੋਂ ਔਰ ਮੁਗਲਾਂ ਵੱਲੋਂ ਵੀ ਆਇਆ ਮੁਸਲਮਾਨ ਕਾਜੀ, ਕੁਰਾਨ ਲੈ ਕਰਕੇ। ਪਾਤਸ਼ਾਹ ਕਹਿੰਦੇ ਗੱਲ ਸੁਣ ਲਓ, ਪਹਿਲਾਂ ਅਸੀਂ ਆਪ ਦਾ ਜਿਹੜਾ ਹੈ ਸੰਪਤੀ ਉਹ ਬਾਹਰ ਕੱਢਾਂਗੇ, ਹੀਰੇ ਜਵਾਹਰ ਸੋਨਾ ਚਾਂਦੀ ਜੋ ਸਾਡਾ ਮਾਲ ਹੈ ਨਾ, ਪਹਿਲਾਂ ਅਸੀਂ ਉਹ ਬਾਹਰ ਕੱਢਾਂਗੇ। ਤੇ ਜੇ ਉਹਨੂੰ ਕਹਿੰਦੇ ਹੱਥ ਪਾ ਲਿਆ ਹਿਸਾਬ ਲਾ ਲਓ। ਕਹਿੰਦੇ ਨਾ ਜੀ ਕੁਛ ਨਹੀਂ ਕਹਿੰਦੇ। ਕਹਿੰਦੇ ਠੀਕ ਹੈ ਜੀ ਕੱਢ ਲਓ। ਖਾਲਸੇ ਨੂੰ ਕਹਿੰਦੇ ਹੁਣ ਤੁਹਾਨੂੰ ਦਿਖਾਉਣੇ ਆ ਇਹ ਕਿੰਨੇ ਕੁ ਬਚਨ ਤੇ ਖੜਦੇ ਆ, ਕਹੋ ਸਤਿਨਾਮ। ਤੇ ਪਾਤਸ਼ਾਹ ਜੀ ਨੇ ਅੰਦਰ ਖੱਚਰਾਂ ਦੇ ਉੱਤੇ ਬੋਰਿਆਂ ਦੇ ਵਿੱਚ ਜੋ ਅੰਦਰ ਟੁੱਟਿਆ ਫੁੱਟਿਆ ਸਮਾਨ ਪਿਆ ਸੀ, ਕਵਾੜ, ਕੋਈ ਹੱਡ ਪਏ ਸੀ ਕਿਉਂਕਿ ਅੰਦਰ ਘੋੜੇ ਵੀ ਕਈ ਗੁਜ਼ਰ ਗਏ, ਔਰ ਟੁੱਟੇ ਜੋੜੇ, ਹੋਰ ਕਵਾੜ ਖਾਨਾ, ਇੱਟਾਂ ਰੋੜੇ, 3-4 ਖੱਚਰਾਂ ਦੇ ਉੱਪਰ ਬੋਰੇ ਭਰ ਦਿੱਤੇ ਔਰ ਉੱਤੇ ਕੀਮਤੀ ਦਿਸ਼ਾਲੇ ਪਾ ਦਿੱਤੇ। ਤੇ ਕੁਝ ਸਿੰਘਾਂ ਨੂੰ ਭੇਜਤਾ, ਜਾਓ ਵੀ ਇਹ ਲੈ ਚੱਲੋ ਖੱਚਰਾਂ ਨੂੰ। ਔਰ ਸਿੰਘਾਂ ਨੂੰ ਕਹਿੰਦੇ ਹੁਣ ਵੇਖਿਓ ਤਮਾਸ਼ਾ ਕੀ ਕਰਦੇ ਆ ਇਹ। ਤੇ ਜਦੋਂ ਖੱਚਰਾਂ ਅਨੰਦਪੁਰ ਸਾਹਿਬ ਦੇ ਕਿਲੇ ਥੋੜ੍ਹਾ ਗਾਹ ਨਿਕਲ ਗਈਆਂ, ਕਹਿੰਦੇ ਲੁੱਟ ਲਓ। ਉਹ ਹੀਰੇ ਜਵਾਹਰਾਤ ਇਹਨਾਂ ਕੋਲ ਅਰਬਾਂ ਖਰਬਾਂ ਦਾ ਮਾਲ ਸੀਗਾ, ਜੇ ਆਹ ਲੈ ਕੇ ਤੁਰ ਗਏ ਫਿਰ ਆਪਣਾ ਇੱਥੇ ਲੜਾਈ ਕਰਨ ਦਾ ਕੀ ਫਾਇਦਾ। ਔਰ ਇਹਨਾਂ ਨੇ ਲੁੱਟ ਮਚਾਤੀ ਔਰ ਖੱਚਰਾਂ ਨੂੰ ਜਾ ਕੇ ਘੇਰ ਲਿਆ। ਘੇਰ ਕੇ ਕੱਪੜੇ ਲਾਹੇ ਤੇ ਵਿੱਚੋਂ ਕੁਵਾੜ ਨਿਕਲਿਆ। ਫਿਰ ਸ਼ਰਮਸ਼ਾਰ ਹੋਏ ਤੇ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਵੇਖ ਲਿਆ ਕਿੰਨਾ ਕੁ ਬਚਨ ਦੇ ਖੜੇ ਆ, ਇਹ ਇੱਦਾਂ ਦੇ ਨਾ। ਕਹਿੰਦੇ ਕੁਛ ਨਹੀਂ ਹੁੰਦਾ ਮਹਾਰਾਜ, ਚੱਲੋ ਦੇਖੀ ਜਾਓ ਜਿਵੇਂ ਹੋਊਗੀ ਅੱਗੇ, ਉਹਦੇ ਭਾਣੇ 'ਚ ਹੀ ਹੈ। ਪਾਤਸ਼ਾਹ ਨੇ ਕਿਲ੍ਹਾ ਛੱਡ ਦਿੱਤਾ। ਖੈਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਪਹਾੜੀਏ ਹਨ, ਇਹ ਜਿਹੜੇ ਹਿੰਦੂ ਪਹਾੜੀਏ ਹਨ, ਇਹ ਸਾਰੇ ਜਿਹੜੇ ਖਤਮ ਹੋਣ ਵਾਲੇ ਹੈ, ਪਰਮੇਸ਼ਰ ਨੇ ਆਪੇ ਖਤਮ ਕਰ ਦੇਣੇ ਹੈ। ਭਲੀ ਨਿਵਾਹੀ ਪੁਰਖ ਨੇ ਕੀਨੋ ਤੀਜਾ ਲੋਕ, ਜਿਹੜਾ ਤੀਸਰਾ ਪੰਥ ਸਾਜਿਆ ਹੈ ਇਹ ਚੰਗਾ ਹੀ ਕੀਤਾ ਪਰਮੇਸ਼ਰ ਨੇ। ਕਾਹਦੇ ਵਾਸਤੇ? ਜਿਨ ਸਿਰਜੀ ਗੋਈ ਤਿਸੈ, ਜਿਹੜਾ ਪੈਦਾ ਕਰਨ ਵਾਲਾ ਉਹੀ ਮਾਰਨ ਵਾਲਾ ਹੈ। ਮਿਟੇ ਤੁਮਾਰਾ ਰੋਗ, ਇਹ ਤੁਹਾਡੇ ਵਾਸਤੇ ਰੋਗ ਹੈ ਹਿੰਦੂ ਪਹਾੜੀਏ। ਤੇ ਅੱਜ ਇਹ ਗੱਲਾਂ ਸੱਤ ਹੋ ਰਹੀਆਂ, ਕਹੋ ਸਤਨਾਮ। ਕਈ ਤਾਂ ਰੋਗ ਹੀ ਹੈ ਨਾ, ਦੇਖੋ ਪੰਜਾਬ ਦੇ ਲੋਕਾਂ ਵਾਸਤੇ ਕਈ ਤਾਂ ਰੋਗ ਹੀ ਬਣੇ ਹੋਏ ਆ ਨਾ। ਕਿਆ ਸਰਕਾਰਾਂ ਕਰ ਰਹੀਆਂ, ਸੰਸਾਰ ਨੂੰ ਤਪਾ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ, ਕਹੋ ਸਤਿਨਾਮ। ਪਰ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਇਹ ਰੋਗ ਵੀ ਪਰਮੇਸ਼ਰ ਕੱਟ ਦੇਵੇਗਾ, ਇੱਕ ਦਿਨ ਇਹਨਾਂ ਦਾ ਖਾਤਮਾ ਹੋ ਜਾਣਾ ਹੈ। ਇਹ ਜਿਹੜੇ ਪਹਾੜੀਏ ਹਨ, ਇਹ ਜਿਹੜੇ ਪਹਾੜੀਏ ਹਿੰਦੂ ਲੋਕ ਹੈ, ਇਹ ਖਾਲਸੇ ਵਾਸਤੇ ਰੋਗ ਦੀ ਤਰ੍ਹਾਂ ਹੈ। ਇਹ ਮੁਗਲ ਜਿਹੜੇ ਹਨ, ਇਹ ਸਭ ਇਸ ਭਾਰਤ ਵਰਸ਼ ਵਿੱਚੋਂ ਖਤਮ ਹੋ ਜਾਣਗੇ, ਚਲੇ ਜਾਣਗੇ ਰੋਗ ਦੀ ਤਰ੍ਹਾਂ। ਔਰ ਪਾਤਸ਼ਾਹ ਨੇ ਇਹ ਬਚਨ ਇੱਕ ਵਾਰੀ ਨਹੀਂ ਕਿਹਾ, 3 ਵਾਰੀ ਕਿਹਾ। ਤੇ ਪਾਤਸ਼ਾਹ ਦੇ ਮੁਖ ਚੋਂ ਨਿਕਲਿਆ ਹੋਇਆ ਬਚਨ ਜਿਹੜਾ ਇੱਕ ਵਾਰੀ ਕਿਹਾ, 2 ਵਾਰੀ ਕਿਹਾ ਤੇ ਜਿਹੜਾ 3 ਵਾਰੀ ਕਹਿ ਦਿੱਤਾ ਨਾ, ਉਹ ਤਾਂ ਲੋਹੇ ਤੇ ਲਕੀਰ ਆ, ਕਹੋ ਸਤਿਨਾਮ। ਸਮਾਂ ਆਵੇਗਾ ਐਸਾ ਵੀ। ਮੇਰੇ ਪ੍ਰੀਤਮ ਜੀ ਕਹਿੰਦੇ ਸੁਣਤ ਖਾਲਸੇ ਖੁਸ਼ੀ ਵਿਸਾਲੇ, ਸ੍ਰੀ ਗੁਰੂ ਕੋਰਖ ਲਖਿਓ ਕਿਰਪਾਲੇ। ਇਸ ਤਰ੍ਹਾਂ ਖਾਲਸਾ ਜੀ ਨੇ ਵੇਖਿਆ ਕਿ ਗੁਰੂ ਜੀ ਸਾਡੇ ਨਾਲ ਹਨ ਔਰ ਬੜੇ ਖੁਸ਼ੀ ਦੇ ਘਰ ਵਿੱਚ ਹਨ। ਸਿੰਘਾਂ ਨੇ ਹੋਰ ਵੀ ਪੁੱਛਿਆ ਕੁਝ। ਗੁਰਪੁਨ ਕਸਰਨ ਪੇ ਹੋ, ਮਹਾ ਸਿੰਘ ਤਬ ਸਭ ਕਹਿ ਦਿਓ। ਹਾਂ ਵੀ ਜੰਗ ਕਿਵੇਂ ਹੋਇਆ, ਫਿਰ ਦੱਸੋ ਕਿੰਨੇ ਕੁ ਮਾਰੇ ਗਏ, ਉਹਨਾਂ ਦੇ ਕੌਣ ਮਰੇ? ਸਰਦਾਰ ਹੋਏ ਸੋ ਕਾਇਲ, 37 ਸਿਪਾਹੀ ਭਈ ਕਰਸਾਇਲ। ਮਹਾਰਾਜ ਜੀ ਉਹਨਾਂ ਦੇ ਜਰਨੈਲ ਜਿਹੜੇ ਸਨ 2,
ਉਹ ਜ਼ਖਮੀ ਕਰਤੇ, ਇੱਕ ਦੀ ਬਾਂਹ ਵੜ ਦਿੱਤੀ, ਇੱਕ ਦੇ ਲੱਕ 'ਚ ਵੱਜੀ ਜਾ ਕੇ ਗੋਲੀ, ਔਰ ਉਹਨਾਂ ਦੀ ਬਹੁਤ ਸਾਰੀ ਫੌਜ ਵੀ ਮਾਰੀ ਗਈ। ਭਾਗ ਗਏ ਨ ਪਾਏ ਜਮਾਏ, ਮਰੇ ਪਰੇ ਕੋ ਧਰ ਧਰ ਪਾਏ। ਔਰ ਉਹਨਾਂ ਦੇ ਪੈਰ ਨਹੀਂ ਜੰਮੇ, ਉਹ ਭੱਜ ਗਏ, ਫਿਰ ਰੁਕੇ ਨਹੀਂ। ਜਿਹੜੇ ਮਰੇ ਸੀ ਉੱਥੇ ਤੜਫੀ ਜਾਂਦੇ ਆ। ਬਲਰਾਵਰ ਕੋ ਪਾਏ ਬਡੇਰਾ, ਫਤਿਹ ਖਾਲਸਾ ਕੀ ਸਬੇਰਾ। ਤੁਹਾਡੀ ਕਿਰਪਾ ਦੇ ਨਾਲ ਪਹਾੜੀਏ ਭੱਜ ਗਏ ਔਰ ਖਾਲਸਾ ਜਿੱਤ ਗਿਆ ਹੈ। ਸਕਲ ਵਾਰਤਾ ਭਾਗ ਸੁਨਾਈ, ਤਬ ਸਤਿਗੁਰ ਸਭ ਹੁਣ ਅਲਾਈ। ਸਾਰੀ ਗੱਲ ਦੱਸੀ ਫਿਰ ਉਹ ਇਸ ਜੰਗ ਦੀ, ਕਿਉਂ ਕੋਈ ਜੰਗ ਇੰਨੇ ਕੁ ਥਾਂ 'ਚ ਤਾਂ ਹੈ ਹੀ ਨਹੀਂ ਸੀਗਾ, ਦੂਰ ਤੱਕ ਫੈਲਿਆ ਸੀ ਜੰਗਲ ਵਿੱਚ ਇਹ ਜੰਗ ਦੱਸਣਾ ਕੀਤਾ ਹੈ। ਮਰੇ ਸਿੰਘ ਸਭ ਦਾਨ ਕਰੀ ਹੈ, ਸਭ ਥਲ ਕੋਜੇ ਇੱਕ ਥਲ ਤਰੀ ਹੈ। ਚਲੋ ਠੀਕ ਹੈ, ਜਿਹੜੇ ਆਪਣੇ ਸਿੰਘ ਸ਼ਹੀਦ ਹੋ ਗਏ ਉਹਨਾਂ ਨੂੰ ਇਕੱਠੇ ਕਰੋ, ਇੱਕ ਥਾਂ ਤੇ ਇਕੱਤਰ ਕਰਕੇ ਸੰਸਕਾਰ ਕਰ ਦਿਓ ਜੀ। ਆਨ ਬਚਨ ਕੋ ਤਤ ਚਿਨਕੀ ਨਾ, ਕਰ ਇਕੱਤਰ ਸਭ ਦਾਸੋ ਦੀਨ। ਸਿੰਘਾਂ ਨੇ ਸ਼ਹੀਦਾਂ ਨੂੰ ਇਕੱਠੇ ਕੀਤਾ ਹੈ, ਸੰਸਕਾਰ ਕਰ ਦਿੱਤਾ ਹੈ। ਘਾਇਲ ਹੋਤੇ ਉਠਾਏ ਸੋ ਲਿਆਏ, ਫਤਿਹ ਪਾਏ ਗੁਰਪੁਰ ਕੋ ਆਏ। ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਘੋੜਿਆਂ ਤੇ ਬਿਠਾ ਕੇ ਘਰ ਲੈ ਆਂਦਾ ਅਨੰਦਪੁਰ ਸਾਹਿਬ। ਵਜੀ ਖੁਸ਼ੀ ਕੋ ਬ੍ਰਿੰਦ ਨਗਾਰੇ, ਭਈ ਜੀਤ ਨਰ ਨਾਰੂ ਚਾਰੇ। ਇਹੋ ਖੁਸ਼ੀ ਦੇ ਨਗਾਰੇ ਵਜਾਉਂਦੇ ਹੋਏ ਅਨੰਦਪੁਰ ਵੱਲ ਆ ਰਹੇ ਹਨ। ਮੰਗਲ ਕਰੇ ਅਨੇਕ ਪ੍ਰਕਾਰਾ, ਪਾ ਸ਼ਤਰਨ ਕੀ ਸ਼ੋਕ ਅਪਾਰਾ। ਤੇ ਇਹ ਸੀ ਪਾਤਸ਼ਾਹ ਜੀ ਦਾ ਇੱਕ ਹੋਰ ਜੰਗ। ਪਹਿਲਾਂ ਦੋ ਜੰਗਾਂ ਦੀ ਵਾਰਤਾ ਸੁਣੀ ਸੀ, ਤਾਂ ਸਿੰਘਾਂ ਨੇ, ਗੁਰੂ ਕੀਆਂ ਸੰਗਤਾਂ ਨੇ ਖੁਸ਼ੀਆਂ ਮਨਾਈਆਂ ਹੈ, ਔਰ ਸ਼ਤਰੂਆਂ ਨੇ ਘਰੇ ਸ਼ੋਕ ਪਾ ਦਿੱਤਾ ਹੈ ਦੋਹਰਾ। ਸੁਣੀ ਲੜਾਈ ਗਿਰ ਪਤਨ, ਤੇ ਸੰਕਟ ਸਭ ਹੋਏ। ਤਾਂ ਜਦੋਂ ਪਹਾੜੀਆਂ ਨੇ, ਭੀਮ ਚੰਦ ਵਰਗੇ ਤਾਂ ਹਜੇ ਵਿੱਚ ਆਏ ਨਹੀਂ ਨਾ, ਫੌਜੀ ਭੇਜੀ ਸੀ, ਤਾਂ ਜਦ ਉਹਨਾਂ ਨੇ ਇਹ ਸੁਣਿਆ ਲੜਾਈ ਦਾ ਹਾਲ, ਬੜੇ ਸ਼ੰਕਾਮਾਨ ਚਿੰਤਤ ਹੋਏ। ਅਲਪ ਚਮੁ ਗੁਰ ਸੰਗ ਹੈ, ਹਮਰੇ ਰਾਜੇ ਦੋਏ। ਸਾਡੇ ਦੋ ਬੰਦੇ ਜ਼ਖਮੀ ਕਰ ਦਿੱਤੇ, ਔਰ ਉਹਨਾਂ ਕੋਲ ਥੋੜੀ ਜੀ ਫੌਜ ਹੈ, ਸਾਡੀ ਇੰਨੀ ਜਿਹੜੀ ਹੈ ਫੌਜ ਉਹਨਾਂ ਨੇ ਮਾਰ ਦਿੱਤੀ ਹੈ। ਹੁਣ ਚਿੰਤਾ ਵਿੱਚ ਚਲੇ ਗਏ। ਅਗਲੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व मैं पंचन गुणतास, हे संगी हे निरंकार गुण सब टेक, हे गोविंद हे गुण निधान जाके सदा विवेक, हे अपरंपर हरे हरे हो बनहार, हे संत कै सदा संग तारा आधार, हे ठाकुर हों दासरो मैं निर्गुण गुण नहीं कोई, नानक दीजै नाम दान राखो ये परोए, आए प्रभ शरणागति कृपा निध दयाल, एक अखर हर मन बसत नानक होत निहाल, एक अंकारा सतगुरु ये प्रसाद सच होए, वाहिगुरु जी की फतेह विघ्न है, विनाशन सोए, वाहिगुरु जी की फतेह विघ्न है। विनाशन सोए। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਗੁਰਜਸ ਸਰਬਣ